ਸ੍ਰੀ ਵਾਹਿਗੁਰੂ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰੁ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਚਕਰ ਚਹਨਿਆਰ ਬਰਨ ਜਾਤ ਹਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕਹੇ। ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ। ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਜੈ। ਤ੍ਰਿਭਵਨ ਮਹੇਪ ਸੁਰ ਨਰ ਅਸੁਰ ਨਿਤ ਨਿਤ ਬਨ ਤ੍ਰਿਣ ਕਹਿਤ। ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ। ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ। ਮਾਧੋ ਜਲ ਕੀ ਪਿਆਸ ਨ ਜਾਏ ਜਲ ਮਹਿ ਅਗਨ ਉਠੇ ਅਧਕਾਏ। ਤੂੰ ਜਲ ਨਿਧੋ ਜਲ ਕਾ ਮੀਨ ਜਲ ਮਹਿ ਰਹੋ ਜਲ ਬਿਨ ਖੀਨ। ਤੂੰ ਪਿੰਜਰ ਹਉ ਸੁਵਟਾ ਤੋਰ ਜਮ ਮੰਜਾਰ ਕਹਾਂ ਕਰੈ ਮੋਰ। ਤੂੰ ਤਰਵਰ ਹਉ ਪੰਖੀ ਆਹੇ ਮੰਦ ਭਾਗੀ ਤੇਰੁ ਦਰਸ਼ਨ ਨਾਹੀ। ਤੂੰ ਸਤ ਗੁਰ ਹਉ ਨਉ ਤਨ ਚੇਲਾ ਕਹਿ ਕਬੀਰ ਮਿਲ ਅੰਤ ਕੀ ਬੇਲਾ। ਦੇਖੋ ਭਾਈ ਗਿਆਨ ਕੀ ਆਈ ਆਂਦੀ ਸਭੈ ਉਡਾਨੀ ਭਰਮ ਕੀ ਟਾਟੀ। ਰਹਿ ਨ ਮਾਇਆ ਬੰਧੀ ਦੁਚਤੇ ਕੀ ਦੋਇ ਥੂਨ ਗਿਰਾਨੀ। ਮੋਹ ਬਲੇਢਾ ਟੂਟਾ ਤਿਸ ਨਾ ਛਾਨ ਪਰੀ ਧਰ ਉਪਰ ਦੁਰਮਤ ਭਾਂਡਾ ਫੂਟਾ। ਆਂਧੀ ਪਾਛੈ ਜੋ ਜਲ ਬਰਖੈ ਤਿਹ ਤੇਰਾ ਜਨ ਪੀਨਾ। ਕਹਿ ਕਬੀਰ ਮਨ ਭਇਆ ਪ੍ਰਗਾਸਾ ਉਦੈ ਭਾਨ ਜਬ ਚੀਨਾ। ਹਮ ਅਵਗੁਣ ਭਰੇ ਏਕ ਗੁਣ ਨਾਹੀ। ਅੰਮ੍ਰਿਤ ਛਾੜ ਬਿਖ ਬਿਖ ਮਾਇਆ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉ।
ਇਕ ਉਤਮ ਪੰਥ ਸੁਨਿਓ ਗੁਰ ਸੰਗਤ, तेह मिलंत जम त्रास मिटाई। एक अरदास पाठ कीरत की, गुर रामदास रखो। सकहो टल गुर सेविय, अहनस सहज दर्शन परस गुरु का, जन्म मरण दुख जाए। होवै सिफत खसम दे, नूर अरसों कुरसों चटिया। तुद डठे सच्चे पातशाह, मल जन्म जन्म दे कटिया। सज्जन सच्चा पातशाह, सिर साहंद जिस पास बैठिया सोहिए। सबना दा वेसाहो, सतनाम वाहिगुरु साहिब जीओ। बिलावल गृह तज बन खंड जाइए, चुन खाइए कंदा। अजहो बिकार ना छोड़ई, पापी मन मंदा। गृह तज बन खंड जाइए, चुन खाइए कंदा। अजहो बिकार ना छोड़ई, पापी मन मंदा। क्यों छूटो कैसे तरो, पव जल निध भारी। राख राख मेरे बीठुला, जन शरण तुम्हारे। रहाओ बिखै बिखै की बासना, तजी नह जाए। अनक जतन कर राखिया, फिर लपटाए। जरा जीवन जो बन गया, किछ किया नानिका। एहो जियरा निर्मोल को, कौडी लग मीका। कहो कबीर मेरे माधवा, तू सर्व व्यापे। तुम संसार नाही दयाल, मोह संसार पापे। कहो कबीर मेरे माधवा, तू सर्व व्यापे। तुम संसार नाही दयाल, मोहे संसार पापी। वाहिगुरु जी का खालसा, वाहिगुरु जी की फतेह। धन धन गुरुदेव जिस संग हर जपे, गुर कृपाल जपे ताप गुण सब छपे। ऐसे करण कारण दीन दयाल भगत वछल, अनाथ नाथ जगत गुरु। सर्ब सांझी वालता दे सांझे रहबर, कलयुगी जीवां दे उद्धार करता। श्री गुरु ग्रंथ साहिब जी महाराज जी दी पावन पवित्र हजूरी च जुड़ बैठी बहुत ही सत्कार ते सन्मानयोग गुरु की साजी और नवाजी हुई
ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਤਾ ਦੇ ਪਾਤਰ ਹੋ। ਨੌਵੇਂ ਪਾਤਸ਼ਾਹ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਵਿੱਚ ਇਕੱਤਰ ਹੋ ਕੇ ਸਤਿਗੁਰਾਂ ਦੇ ਪਾਵਨ ਚਰਨ ਪਰਸ ਕੇ ਆਪਣੇ ਜੀਵਨ ਦੀਆਂ ਘੜੀਆਂ ਗੁਰੂ ਲੇਖੇ ਲਾ ਕੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਬਾਣੀ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਰਾਗੀ ਸਿੰਘਾਂ ਦੀ ਰਚਨਾ ਤੋਂ ਬਹੁਤ ਹੀ ਅਦਬ ਸਤਿਕਾਰ ਸਹਿਤ ਆਪ ਜੀ ਨੇ ਸਰਵਣ ਕੀਤੇ ਹਨ। ਸ੍ਰੀ ਮੁਖ ਵਾਕ ਅੰਮ੍ਰਿਤ ਵੇਲੇ ਪਾਤਸ਼ਾਹ ਨੇ ਬਖਸ਼ਿਸ਼ ਕੀਤੇ ਹਨ। ਆਓ ਕੁਝ ਸਮੇਂ ਲਈ ਸੁਰਤੀਆਂ ਬਿਰਤੀਆਂ ਗੁਰਦੇਵ ਦੇ ਪਵਿੱਤਰ ਚਰਨਾਂ ਨਾਲ ਜੋੜੀਏ। ਹਾਜ਼ਰੀਆਂ ਲਵਾਉਂਦਿਆਂ ਰਸਨਾ ਪਵਿੱਤਰ ਕਰਦਿਆਂ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਗ੍ਰਹਿ ਤਜ ਬਨ ਖੰਡ ਜਾਈਐ ਚੁਨ ਖਾਈਐ ਕੰਦਾ। ਰਾਗ ਬਿਲਾਵਲ ਹੈ। ਬਿਲਾਵਲ ਰਾਗ ਵਿੱਚ ਮਹਾਰਾਜ ਭਗਤ ਕਬੀਰ ਜੀ ਇਹ ਪਾਵਨ ਪਵਿੱਤਰ ਅੰਮ੍ਰਿਤ ਬਚਨ ਉਚਾਰਨ ਕਰ ਰਹੇ ਨੇ। ਗ੍ਰਹਿ ਗ੍ਰਹਿ ਤਜ ਬਨ ਖੰਡ ਜਾਈਏ। ਗ੍ਰਹਿ ਕਿਹਾ ਘਰ ਨੂੰ। ਪਰਮੇਸ਼ਰ ਨੂੰ ਪ੍ਰਾਪਤ ਕਰਨ ਲਈ ਅਨੇਕਾਂ ਪ੍ਰਕਾਰ ਦੇ ਸਾਧਨ ਅਨੇਕਾਂ ਪ੍ਰਕਾਰ ਦੀਆਂ ਜੁਗਤੀਆਂ ਵੱਖੋ ਵੱਖਰੇ ਰਿਸ਼ੀਆਂ ਮੁਨੀਆਂ ਤਪਸਵੀਆਂ ਵੱਲੋਂ ਸੰਸਾਰ ਦੇ ਲੋਕਾਂ ਨੂੰ ਦੱਸੀਆਂ ਗਈਆਂ। ਉਹਨਾਂ ਵਿੱਚੋਂ ਇੱਕ ਜੁਗਤ ਇਹ ਵੀ ਸੀ ਕਿ ਘਰ-ਬਾਰ ਛੱਡ ਕੇ ਚਲੇ ਜਾਓ, ਜੰਗਲ ਵਿੱਚ ਜਾ ਕੇ ਕੰਦ ਮੂਲ ਖਾ ਕੇ ਗੁਜ਼ਾਰਾ ਕਰੋ ਤੇ ਪ੍ਰਮਾਤਮਾ ਮਿਲ ਜਾਂਦਾ, ਪਰਮੇਸ਼ਰ ਪ੍ਰਾਪਤ ਹੋ ਜਾਂਦਾ। ਗੁਰਦੇਵ ਨੇ ਗੁਰਬਾਣੀ ਵਿੱਚ ਐਸੇ ਬਹੁਤ ਸਾਰੇ ਪ੍ਰਮਾਣ ਦਿੱਤੇ ਹਨ ਕਿ ਜੇ ਕੰਦ ਮੂਲ ਖਾ ਕੇ ਹੀ ਮੋਕਸ਼ ਦੀ ਪ੍ਰਾਪਤੀ ਹੁੰਦੀ ਤਾਂ ਜੰਗਲ ਵਿੱਚ ਐਸੇ ਅਨੇਕਾਂ ਜਾਨਵਰ ਨੇ, ਅਨੇਕਾਂ ਪਸ਼ੂ ਨੇ ਜਿਹੜੇ ਕੰਦ ਮੂਲ ਖਾਂਦੇ ਨੇ, ਉਹ ਸਾਰੇ ਮੁਕਤ ਹੋ ਜਾਣੇ ਚਾਹੀਦੇ ਨੇ। ਜੋ ਸੁਤੇ ਛੁੱਟ ਜਾਏ ਉਹ ਗੱਲ ਵੱਖਰੀ ਹੈ, ਪਰ ਹੱਠ ਕਰਕੇ ਤਨ ਕਰਕੇ ਤਿਆਗਿਆ, ਮਨ ਕਰਕੇ ਨਹੀਂ ਤਿਆਗ ਸਕੇ ਤਾਂ ਉਹ ਤਿਆਗ ਸਫਲ ਨਹੀਂ ਹੈ। ਕਬੀਰ ਜੀ ਮਹਾਰਾਜ ਕਹਿੰਦੇ ਘਰ ਛੱਡ ਕੇ ਗ੍ਰਹਿ ਤਜ, ਗ੍ਰਹਿ ਨੂੰ ਘਰ ਨੂੰ ਤਜ ਕੇ ਬਨ ਖੰਡ ਜਾਈਏ। ਬਨ ਦੇ ਜੰਗਲ ਦੇ ਕਿਸੇ ਖੰਡ ਕਿਸੇ ਹਿੱਸੇ 'ਚ ਚਲੇ ਜਾਈਏ। ਖੰਡ ਦਾ ਮਤਲਬ ਹੁੰਦਾ ਹਿੱਸਾ। ਜੰਗਲ ਦਾ ਕੋਈ ਐਸਾ ਹਿੱਸਾ ਹੋਵੇ ਜਿੱਥੇ ਖਾਣ ਲਈ ਕੰਦ ਮੂਲ ਸੁਤੇ ਸਿੱਧ ਪ੍ਰਾਪਤ ਹੋ ਰਿਹਾ ਹੋਵੇ। ਜ਼ਮੀਨ ਦੇ ਵਿੱਚੋਂ ਦੀ ਜਿਹੜੀ ਚੀਜ਼ ਉਗਦੀ ਉਹਨੂੰ ਕੰਦ ਕਹਿੰਦੇ ਆ। ਮੂਲੀਆਂ, ਸ਼ਲਗਮ, ਸ਼ਕਰਗੰਦੀ, ਇਹ ਜ਼ਮੀਨ ਦੇ ਵਿੱਚੋਂ ਜਿਹੜੀਆਂ ਫੁੱਟਦੀਆਂ ਨੇ ਵਸਤੂਆਂ ਉਹ ਕੰਦ ਹੈ, ਕੰਦ ਮੂਲ ਹੈ। ਉਹ ਖਾ ਕੇ ਆਪਣਾ ਨਿਰਵਾਹ ਕਰਨ ਲੱਗ ਪਈ ਹੈ। ਹਾਂਜੀ। ਅਜੋ ਵਿਕਾਰ ਨਾ ਛੋੜਈ ਪਾਪੀ ਮਨ ਮੰਦਾ। ਪਰ ਹਾਲੇ ਵੀ ਇਹ ਸਭ ਕੁਝ ਕਰਨ ਤੋਂ ਬਾਅਦ ਵੀ ਮਨ ਵਿਕਾਰ ਨਹੀਂ ਛੱਡਦਾ। ਘਰ ਛੱਡ ਦਿੱਤਾ ਹੈ, ਕੰਦ ਮੂਲ ਖਾ ਕੇ ਗੁਜ਼ਾਰਾ ਕਰਨਾ ਸ਼ੁਰੂ ਕਰ ਦਿੱਤਾ ਹੈ, ਪਰ ਮਨ ਵਿਕਾਰੀ ਹਾਲੇ ਵੀ ਇਤਨਾ ਵਿਕਾਰੀ ਹੈ, ਇਹ ਵਿਕਾਰ ਨਹੀਂ ਛੱਡਦਾ। ਇਤਨਾ ਮੰਦਾ ਹੈ, ਇਤਨਾ ਪਾਪੀ ਹੈ ਕਿ ਹਾਲੇ ਵੀ ਇਹ ਵਿਕਾਰ ਨਹੀਂ ਤਿਆਗਦਾ। ਇੰਨਾ ਕੁਝ ਕਰਨ ਤੋਂ ਬਾਅਦ ਵੀ ਘਰ
ਘਰ ਛੱਡ ਦਿੱਤਾ, ਕੰਦ ਮੂਲ ਖਾ ਕੇ ਗੁਜ਼ਾਰਾ ਕਰਨਾ ਸ਼ੁਰੂ ਕਰ ਦਿੱਤਾ, ਪਰ ਫਿਰ ਵੀ ਇਹ ਮਨ ਵਿਕਾਰੀ ਹੈ, ਵਿਕਾਰਾਂ ਦਾ ਤਿਆਗ ਨਹੀਂ ਕਰਦਾ, ਹਾਲੇ ਵੀ ਵਿਕਾਰ ਨਹੀਂ ਛੱਡਦਾ। ਅਜਹੋਂ ਵਿਕਾਰ ਨਾ ਛੋੜਈ, ਹਾਲੇ ਵੀ ਇਹ ਵਿਕਾਰ ਨਹੀਂ ਤਿਆਗਦਾ। ਪਾਪੀ ਮਨ ਮੰਦਾ, ਇਹ ਪਾਪੀ ਮਨ ਹੈ, ਮੰਦਾ ਹੈ, ਨੀਚ ਹੈ, ਇਹ ਆਪਣੀ ਨੀਚਤਾਈ ਹਾਲੇ ਵੀ ਨਹੀਂ ਤਿਆਗਦਾ, ਹਾਲੇ ਵੀ ਆਪਣਾ ਨਖਿੱਧਪੁਣਾ ਇਹ ਨਹੀਂ ਛੱਡਦਾ। ਕਿਉਂ ਛੂਟੋ ਕੈਸੇ ਤਰੋ ਭਵਜਲ ਨਿਦ ਭਾਰੀ। ਮਹਾਰਾਜ ਹੁਣ ਕਿਵੇਂ ਛੁੱਟਾਂ, ਕਿਵੇਂ ਤਰਾਂ? ਇਹ ਭਵਜਲ, ਇਹ ਸੰਸਾਰ ਸਮੁੰਦਰ ਬੜਾ ਵਿਸ਼ਾਲ ਹੈ ਤੇ ਬੜਾ ਡੂੰਘਾ ਹੈ, ਇਹਦੇ ਤੋਂ ਕਿਵੇਂ ਛੁੱਟਾਂ ਤੇ ਕਿਵੇਂ ਤਰਾਂ? ਮੈਨੂੰ ਕੁਝ ਨਹੀਂ ਪਿਆ ਸੁਝਦਾ। ਘਰ-ਬਾਰ ਛੱਡ ਕੇ ਵੇਖ ਲਿਆ, ਕੰਦ ਮੂਲ ਖਾ ਕੇ ਗੁਜ਼ਾਰਾ ਕਰਕੇ ਤੱਕ ਲਿਆ, ਮਨ ਵਿਕਾਰ ਨਹੀਂ ਪਿਆ ਛੱਡਦਾ। ਹੇ ਵਾਹਿਗੁਰੂ, ਤੁਸੀਂ ਦੱਸੋ ਕਿਵੇਂ ਛੁੱਟਾਂ? ਹੇ ਵਿਧਾਤਾ ਜੀ, ਤੁਸੀਂ ਦੱਸੋ ਕਿਵੇਂ ਤਰਾਂ? ਇਹ ਸੰਸਾਰ ਬੜਾ ਡੂੰਘਾ ਭਵ ਸਾਗਰ ਹੈ, ਇਹਦੇ ਤੋਂ ਕਿਵੇਂ ਪਾਰ ਉਤਰਾਂ? ਰਾਖ ਰਾਖ ਮੇਰੇ ਬੀਠੁਲਾ ਜਨ ਸ਼ਰਨ ਤੁਮਾਰੇ। ਜਦੋਂ ਕੁਝ ਸੁਝਦਾ ਹੀ ਨਹੀਂ, ਜਦੋਂ ਕੁਝ ਸਮਝ ਹੀ ਨਹੀਂ ਆਉਂਦਾ, ਹੁਣ ਕੀ ਕਰਾਂ, ਕਿਵੇਂ ਛੁੱਟਾਂ? ਕਹਿੰਦੇ ਫਿਰ ਤਾਂ ਇੱਕੋ ਤਰੀਕਾ ਰਹਿ ਜਾਂਦਾ। ਜਦੋਂ ਆਪਣਾ ਕੋਈ ਹੀਲਾ ਵਸੀਲਾ ਨਜ਼ਰ ਨਾ ਆਵੇ ਵੀ ਹੁਣ ਕੀ ਕਰੀਏ, ਕੀ ਉਪਾਅ ਕਰੀਏ, ਕੀ ਜੁਗਤ ਅਪਣਾਈਏ, ਤਾਂ ਉਸ ਵਕਤ ਕੇਵਲ ਤਾਂ ਕੇਵਲ ਇੱਕੋ ਰਾਹ ਹੈ, ਉਹ ਹੈ ਹੇ ਮੇਰੇ ਬੀਠਲ ਭਗਵਾਨ, ਕਿਰਪਾ ਕਰੋ, ਮੇਰੀ ਤੁਹਾਡੇ ਚਰਨਾਂ 'ਚ ਅਰਦਾਸ ਹੈ, ਤੁਸੀਂ ਤਰਸ ਕਰਕੇ ਮੈਨੂੰ ਰੱਖ ਲਓ। ਜਦੋਂ ਕੁਝ ਵੀ ਸਮਝ ਨਾ ਆਵੇ, ਕੁਝ ਵੀ ਨਾ ਸੁਝੇ, ਫਿਰ ਇੱਕੋ ਤਰੀਕਾ ਰਹਿ ਜਾਂਦਾ ਹੈ, ਉਹ ਹੈ ਆਪਣੇ ਮਾਲਕ ਦੇ ਚਰਨਾਂ 'ਚ ਅਰਦਾਸ ਬੇਨਤੀ। ਜਦੋਂ ਸਾਰੇ ਹਿੱਲੇ ਵਸੀਲੇ ਮੁੱਕ ਜਾਂਦੇ ਨੇ, ਫਿਰ ਉਦੋਂ ਵੱਡੇ ਵੱਡੇ ਵੈਦ ਤੇ ਡਾਕਟਰ ਵੀ ਕਹਿੰਦੇ ਆ ਰੱਬ ਅੱਗੇ ਅਰਦਾਸ ਕਰੋ, ਪਰਮੇਸ਼ਰ ਅੱਗੇ ਅਰਦਾਸ ਕਰੋ। ਹੁਣ ਤਾਂ ਉਹੀ ਹੈ ਜਿਹੜਾ ਕੋਈ ਗੈਬੀ ਸ਼ਕਤੀ ਦੀ ਕਲਾ ਵਰਤਾ ਦੇਵੇ। ਜਦੋਂ ਨਹੀਂ ਪਿਆ ਸੁਝਦਾ, ਨਹੀਂ ਪਿਆ ਪਤਾ ਲੱਗਦਾ ਕਿਵੇਂ ਤਰਾਂ, ਕਿਵੇਂ ਛੁੱਟਾਂ, ਇਹ ਭਵਜਲ ਬੜਾ ਡੂੰਘਾ ਹੈ, ਤਾਂ ਕਹਿੰਦੇ ਫਿਰ ਤਾਂ ਇੱਕੋ ਬੇਨਤੀ ਹੈ, ਹੇ ਮੇਰੇ ਵਾਹਿਗੁਰੂ, ਹੇ ਮੇਰੇ ਬਿਠੁਲ, ਕਿਰਪਾ ਕਰਕੇ ਮੈਨੂੰ ਰੱਖ ਲਓ। ਮੈਂ ਤੁਹਾਡੀ ਸ਼ਰਨ ਵਿੱਚ ਹਾਂ, ਤੁਹਾਡਾ ਜਨ ਹਾਂ, ਤੁਹਾਡਾ ਸੇਵਕ ਹਾਂ, ਕਿਰਪਾ ਕਰੋ, ਆਪਣੇ ਸੇਵਕ ਨੂੰ ਆਪਣੀ ਸ਼ਰਨ ਵਿੱਚ ਆਇਆ ਜਾਣ ਕੇ ਰੱਖ ਲਓ। ਰਾਖ ਰਾਖ ਮੇਰੇ ਬੀਠਲਾ, ਰਾਖ ਰਾਖ ਮੇਰੇ ਬੀਠਲਾ, ਰਾਖ ਰਾਖ ਮੇਰੇ ਬੀਠੁਲਾ, ਰਾਖ ਰਾਖ ਮੇਰੇ ਬੀਠੁਲਾ। ਜਨ ਸਰਨ ਤੁਮਾਰੀ, ਜਨ ਸਰਨ ਤੁਮਾਰੀ, ਜਨ ਸ਼ਰਨ ਤੁਮਾਰੀ, ਜਨ ਸ਼ਰਨ ਤੁਮਾਰੀ। ਮਹਾਰਾਜ ਜੀ, ਤੁਹਾਡੀ ਸ਼ਰਨ ਵਿੱਚ ਆ, ਰੱਖ ਲਓ, ਤੁਹਾਡੀ ਸ਼ਰਨ ਵਿੱਚ, ਤੁਹਾਡੀ ਪਨਾਹ ਵਿੱਚ ਆ। ਹੁਣ ਤਾਂ ਬੇਨਤੀਆਂ ਨੇ ਤੁਹਾਡੇ ਚਰਨਾਂ 'ਚ ਜੋਦੜੀਆਂ ਹਨ। ਹੇ ਮੇਰੇ ਰੱਬ ਜੀ, ਕਿਰਪਾ ਕਰਕੇ ਰੱਖ ਲਓ। ਰਹਾਉ ਬਿਖੈ ਬਿਖੈ ਕੀ ਬਾਸਨਾ ਤਜੀ ਨਹਿ ਜਾਈ। ਵਿਸ਼ਿਆਂ ਵਿਕਾਰਾਂ ਦੀ ਵਾਸ਼ਨਾ, ਇੱਕ ਵਿਸ਼ਾ ਹੋਵੇ ਤਾਂ ਗੱਲ ਕਰੀਏ, ਕਦੇ ਸ਼ਬਦ, ਕਦੇ ਸਪਰਸ਼, ਕਦੇ ਰੂਪ, ਕਦੇ ਰਸ, ਕਦੇ ਗੰਧ, ਇਹ ਵਿਸ਼ੇ ਹਨ। ਕਿਤੋਂ ਆਵਾਜ਼ ਆਵੇ, ਕੰਨ ਭੱਜ ਕੇ ਸੁਣਨ ਵਾਸਤੇ ਉਤਸੁਕ ਹੋ ਜਾਂਦੇ ਆ।
ਜੋ ਗੱਲ ਮੇਰੇ ਕਿਸੇ ਪ੍ਰਕਾਰ ਦੀ ਮੇਰੇ ਲਈ ਲਾਹੇਵੰਦ ਨਹੀਂ ਹੈ, ਇਹ ਕੰਨ ਤਾਂ ਵੀ ਸੁਣਨ ਲਈ ਤਿਆਰ ਹੋ ਜਾਂਦੇ ਆ। ਵਿਸ਼ਿਆਂ ਦੀ ਵਾਸ਼ਨਾ ਛੱਡੀ ਨਹੀਂ ਜਾਂਦੀ। ਯਤਨ ਕਰਦਾ ਨੇਤਰਾਂ ਨਾਲ ਐਸਾ ਨਾ ਵੇਖਾਂ ਜਿਸ ਨੂੰ ਵੇਖਣ ਤੋਂ ਬਾਅਦ ਮਨ ਵਿਚਲਿਤ ਹੋਵੇ, ਪਰ ਅੱਖਾਂ ਫਿਰ ਕੇ ਉਹੀ ਕੁਝ ਵੇਖਦੀਆਂ। ਚਮੜੀ ਸਪਰਸ਼ ਲੱਭਦੀ ਹੈ, ਰਸਨਾ ਸਵਾਦ ਚਖਣਾ ਚਾਹੁੰਦੀ ਹੈ, ਔਰ ਨਾਸਕਾ ਅਨੇਕ ਪ੍ਰਕਾਰ ਦੀਆਂ ਸੁਗੰਧੀਆਂ ਲੈਣਾ ਚਾਹੁੰਦੀ ਹੈ। ਇਹ ਪੰਜ ਗਿਆਨ ਇੰਦਰੀਆਂ ਪੰਜ ਵਿਸ਼ਿਆਂ ਦਾ ਤਿਆਗ ਨਹੀਂ ਕਰਦੀਆਂ। ਇਹ ਪੰਜ ਵਿਸ਼ਿਆਂ ਵਾਲੇ ਪਾਸੇ ਭੱਜੀਆਂ ਫਿਰਦੀਆਂ। ਇਸ ਕਰਕੇ ਮਹਾਰਾਜ ਕਬੀਰ ਜੀ ਇੱਥੇ ਸਪਸ਼ਟ ਕਰਦਿਆਂ ਕਹਿ ਰਹੇ ਨੇ, ਵਿਸ਼ੇ ਦੀ ਜਿਹੜੀ ਵਾਸ਼ਨਾ ਹੈ ਉਹ ਮੇਰੇ ਕੋਲੋਂ ਤਜੀ ਨਹੀਂ ਜਾਂਦੀ, ਤਿਆਗੀ ਨਹੀਂ ਜਾਂਦੀ। ਯਤਨ ਕਰਦੇ ਹਾਂ, ਐਸਾ ਨਹੀਂ ਕਿ ਯਤਨ ਨਹੀਂ ਕਰਦਾ, ਕਹਿੰਦੇ ਯਤਨ ਵੀ ਕਰਦਾ। ਅੱਗੇ ਦੱਸਦੇ ਹਨ, ਅਨਕ ਯਤਨ ਕਰ ਰਾਖੀਐ, ਫਿਰ ਲਪਟਾਏ। ਅਨੇਕਾਂ ਯਤਨ ਕਰਕੇ ਰੱਖਣ ਦਾ ਯਤਨ ਕਰੀਦਾ ਕਿ ਅੱਖਾਂ ਨਾ ਵੇਖਣ ਮਾੜਾ, ਕੰਨ ਨਾ ਸੁਣਨ ਕਿਸੇ ਦੀ ਨਿੰਦਾ, ਰਸਨਾ ਨਾ ਸਵਾਦਾਂ ਵਿੱਚ ਉਲਝੇ। ਕਹਿੰਦੇ ਜਿੰਨਾ ਯਤਨ ਕਰਕੇ ਇਹਨਾਂ ਨੂੰ ਰੱਖਣ ਦਾ ਯਤਨ ਕਰਦਾ ਹਾਂ, ਇਹ ਮੁੜ ਕੇ ਫਿਰ ਉਹਨਾਂ ਵਿਸ਼ਿਆਂ ਵਿੱਚ ਲੰਪਟ ਹੁੰਦੇ ਹਨ। ਇਹ ਗਿਆਨ ਇੰਦਰੀ ਮਨ ਮੁੜ ਕੇ ਫਿਰ ਉਹਨਾਂ ਨਾਲ ਲਪਟਦਾ ਹੈ, ਮੁੜ ਕੇ ਫਿਰ ਉਸੇ ਪਾਸੇ ਦੌੜਦਾ, ਉਸੇ ਪਾਸੇ ਭੱਜਦਾ। ਤੋ ਵਿਸ਼ੇ ਦੀ ਵਾਸ਼ਨਾ ਮੇਰੇ ਕੋਲੋਂ ਤਜੀ ਨਹੀਂ ਜਾਂਦੀ। ਵਾਹਿਗੁਰੂ, ਅਨੇਕ ਯਤਨ ਕਰਕੇ ਮੈਂ ਰੱਖਦਾ ਆਪਣੇ ਆਪ ਨੂੰ, ਪਰ ਇਹ ਮੁੜ ਕੇ ਫੇਰ ਲੰਪਟ ਹੁੰਦਾ ਹੈ। ਜਰਾ ਜੀਵਨ ਜੋ ਬਨ ਗਿਆ, ਕਿਛ ਕੀਆ ਨਾ ਨਿਕਾ। ਜਰਾ ਕਹਿੰਦੇ ਨੇ ਬੁਢੇਪੇ ਨੂੰ, ਜੀਵਨ ਜ਼ਿੰਦਗੀ ਬੁਢੇਪੇ ਪ੍ਰਯੰਤ ਤੱਕ ਜ਼ਿੰਦਗੀ, ਜਵਾਨੀ ਸਭ ਚਲਾ ਗਿਆ। ਬਾਲਪਨਾ ਤਾਂ ਉਦਾਂ ਹੀ ਅਚੇਤਪੁਣੇ ਚ ਲੰਘ ਗਿਆ, ਜਵਾਨੀ ਵੀ ਬੀਤ ਗਈ, ਬੁਢੇਪਾ ਵੀ ਲੰਘ ਗਿਆ, ਸਾਰਾ ਜੀਵਨ ਲੰਘ ਗਿਆ। ਮੈਂ ਇੱਕ ਵੀ ਨੀਕਾ ਦਾ ਮਤਲਬ ਹੁੰਦਾ ਇੱਕ ਵੀ ਚੰਗਾ ਕੰਮ ਨਹੀਂ ਕੀਤਾ ਜਿਹੜਾ ਮੇਰੇ ਕੋਲੋਂ ਹੋਇਆ ਹੋਵੇ। ਇਹਨੂੰ ਕਹਿੰਦੇ ਬਨਿਮਰਤਾ। ਚੰਗਾ ਨਾ ਕਰਕੇ ਵੀ ਚੰਗਾ ਕਰਨ ਦਾ ਦਾਵਾ ਕਰਨ ਵਾਲੇ ਸੰਸਾਰ 'ਚ ਲੱਖਾਂ ਮਿਲਣਗੇ। ਚੰਗਾ ਹੀ ਚੰਗਾ ਕਰਕੇ ਇੱਕ ਵੀ ਕੋਈ ਕੰਮ ਮੈਂ ਚੰਗਾ ਨਹੀਂ ਕੀਤਾ, ਇਹ ਬਿਰਤੀ ਰੱਖਣ ਵਾਲਾ ਕੋਈ ਕਰੋੜਾਂ 'ਚ ਇੱਕ ਅੱਧਾ ਨਜ਼ਰ ਆਵੇਗਾ। ਚੰਗਾ ਕੀਤਾ ਇਹ ਚੰਗਾ ਨਾ ਕਰਕੇ ਵੀ ਚੰਗਾ ਕੀਤੇ ਹੋਣ ਦਾ ਦਾਵਾ ਕਰਨ ਵਾਲੇ ਸੰਸਾਰ 'ਚ ਅਨੇਕਾਂ ਮਿਲ ਜਾਣਗੇ, ਪਰ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਚੰਗਾ ਹੀ ਕੀਤਾ ਹੈ, ਕਦੇ ਕਿਸੇ ਦਾ ਬੁਰਾ ਨਹੀਂ ਕੀਤਾ, ਇਹੋ ਜਿਹਾ ਚੰਗਾ ਕਰਮ ਕਰਨ ਤੋਂ ਬਾਅਦ ਉਹ ਇਹ ਆਖਣ ਕਿ ਮੇਰੇ ਕੋਲੋਂ ਕੁਝ ਵੀ ਚੰਗਾ ਨਹੀਂ ਹੋਇਆ, ਇਹੋ ਜਿਹਾ ਕਰੋੜਾਂ 'ਚ ਕੋਈ ਇੱਕ ਅੱਧਾ ਵਿਰਲਾ ਮਿਲੇਗਾ। ਕਬੀਰ ਜੀ ਮਹਾਰਾਜ ਜੀ ਜੇ ਮਹਾਪੁਰਸ਼ ਜਿਨ੍ਹਾਂ ਸਾਰੀ ਜ਼ਿੰਦਗੀ ਭਲਾ ਹੀ ਕੀਤਾ, ਉਹ ਕਹਿੰਦੇ ਮੇਰੀ ਜਵਾਨੀ ਲੰਘ ਗਈ ਹੈ, ਮੇਰਾ ਬੁਢੇਪਾ ਲੰਘ ਗਿਆ ਹੈ, ਮੇਰੀ ਜ਼ਿੰਦਗੀ ਲੰਘ ਗਈ ਹੈ। ਵਾਹਿਗੁਰੂ, ਮੇਰੇ ਕੋਲੋਂ ਕੁਝ ਵੀ ਨੀਕਾ ਨਹੀਂ ਹੋਇਆ। ਨੀਕਾ ਕਹਿੰਦੇ ਚੰਗਾ ਨਹੀਂ ਹੋਇਆ, ਭਲਾ ਨਹੀਂ ਹੋਇਆ। ਕਿਛ ਕੀਆ ਨਾ ਨੀਕਾ, ਮੈਂ ਕੁਝ ਵੀ ਚੰਗਾ ਨਹੀਂ ਕਰ ਸਕਿਆ। ਵਾਹਿਗੁਰੂ, ਇਹ ਜੀਰਾ ਨਿਰਮੋਲ ਕੋ ਇਹੋ ਕੋਡੀ ਲਗ ਮੀਕਾ। ਇਹੋ ਜੀਰਾ, ਆ ਜਿਹੜਾ ਜੀੜਾ ਹੈ ਇਹ ਨਿਰਮੋਲਕ ਹੈ, ਇਹਦਾ ਕੋਈ ਮੁੱਲ ਨਹੀਂ ਹੈ। ਇਹ ਕੌਡੀਆਂ ਨਾਲ ਲੱਗ ਕੇ ਕੌਡੀ ਹੋ ਰਿਹਾ ਹੈ। ਉਹਨਾਂ ਦੇ ਮੀਕਾ ਕਹਿੰਦੇ ਨੇ ਬਰਾਬਰ ਨੂੰ, ਕੌਡੀਆਂ ਨਾਲ ਲੱਗ ਕੇ ਕੌਡੀਆਂ ਦੇ ਬਰਾਬਰ ਹੋ ਰਿਹਾ। ਹਾਂਜੀ,
ਕਹੋ ਕਬੀਰ ਮੇਰੇ ਮਾਧਵਾ ਤੂੰ ਸਰਬ ਵਿਆਪੀ। ਕਬੀਰ ਜੀ ਮਹਾਰਾਜ ਜੀ ਕਹਿੰਦੇ ਆ, ਹੇ ਮੇਰੇ ਮਾਧਵ। ਜਿਹੜਾ ਇਹ ਮਾਧਵ ਸ਼ਬਦ ਹੈ ਨਾ, ਮਾਧਵ ਬੜਾ ਪਿਆਰਾ ਸ਼ਬਦ ਹੈ। ਮਾਧਵ ਦਾ ਅਰਥ ਹੁੰਦਾ ਪਿਆਰੇ, ਪਿਆਰਾ। ਹੇ ਮੇਰੇ ਪਿਆਰੇ। ਦੂਸਰਾ ਅਰਥ ਹੁੰਦਾ ਮਾਧਵ, ਮਾਧਵ ਮਾਇਆ ਦਾ ਧਵ ਆਸਰਾ। ਧਵ ਨਾਮ ਹੈ ਆਸਰੇ ਦਾ। ਮਾਂ ਸ਼ਬਦ ਜਿਹੜਾ ਪਹਿਲਾਂ ਨੂੰ ਨਖੇੜ ਲਓ ਤੇ ਉਹਦਾ ਅਰਥ ਹੋਵੇਗਾ ਮਾਇਆ। ਜਿਹੜਾ ਮਾਇਆ ਦਾ ਧਵ ਆਸਰਾ ਹੈ ਉਹ ਕੌਣ ਹੈ? ਪਰਮੇਸ਼ਰ ਹੈ। ਇਹ ਮਾਇਆ ਪਰਮੇਸ਼ਰ ਦੇ ਆਸ਼ਰਿਤ ਹੈ, ਅਕਾਲ ਪੁਰਖ ਦੇ ਆਸ਼ਰਿਤ ਹੈ। ਉਹਦੇ ਆਸਰੇ ਤੋਂ ਬਿਨਾਂ ਤਾਂ ਇਹ ਮਾਇਆ ਜੜ ਹੈ। ਤਦੇ ਤੇ ਮਹਾਰਾਜ ਜੀ ਕਹਿੰਦੇ, ਨਾਚੰਤੀ ਗੋਪੀ ਜੰਨਾ ਨਈਆ ਤੇ ਬੈਰੇ ਕੰਨਾ। ਤੋ ਇਹ ਪਰਮੇਸ਼ਰ ਤੋਂ ਪ੍ਰੇਰਿਤ ਹੈ ਨਾ ਇਹ ਮਾਇਆ ਵੀ, ਨਿਯੰਤਾ ਤਾਂ ਉਹੀ ਹੈ। ਤੋ ਜੋ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਇਸ ਮਾਇਆ ਦਾ ਆਸਰਾ ਹੈ, ਉਹਨੂੰ ਸੰਬੋਧਨ ਕਰਕੇ ਕਹਿੰਦੇ ਮੇਰੇ ਮਾਧਵਾ। ਹੇ ਮੇਰੇ ਮਾਧਵ ਤੂੰ ਸਰਬ ਵਿਆਪੀ। ਤੂੰ ਸਾਰਿਆਂ ਵਿੱਚ ਵਿਆਪਕ ਹੈ। ਤੂੰ ਜ਼ਰਰੇ ਜ਼ਰਰੇ ਵਿੱਚ ਵਿਆਪਕ ਹੈ। ਤੂੰ ਕਣ ਕਣ ਦੇ ਵਿੱਚ ਮਿਲਿਆ ਹੋਇਆ ਹੈ। ਤੁਮ ਸੰਸਾਰ ਨਾਹੀ ਦਇਆਲ ਮੋਹਿ ਸੰਸਾਰ ਪਾਪੀ। ਏ ਵਾਹਿਗੁਰੂ ਤੇਰੇ ਸੰਸਾਰ ਬਰਾਬਰ ਦੁਨੀਆ 'ਚ ਕੋਈ ਦਇਆਲ ਨਹੀਂ ਹੈ। ਤੇਰੇ ਸੰਸਾਰ ਤੇਰੇ ਵਰਗਾ ਦੁਨੀਆ 'ਚ ਕੋਈ ਦਇਆਲ ਨਹੀਂ ਹੈ। ਪੂਰੇ ਵਿਸ਼ਵ ਭਰ 'ਚ ਕੋਈ ਦਿਆਲੂ ਨਹੀਂ ਹੈ, ਪਰ ਮੇਰੇ ਵਰਗਾ ਪਾਪੀ ਕੋਈ ਨਹੀਂ ਹੈ। ਤੁਮ ਸੰਸਾਰ ਨਾਹੀ ਦਇਆਲ ਮੋਹਿ ਸੰਸਾਰ ਪਾਪੀ। ਤੇਰੇ ਵਰਗਾ ਦਿਆਲੂ ਨਹੀਂ ਕੋਈ, ਪਰ ਮੇਰੇ ਵਰਗਾ ਪਾਪੀ ਕੋਈ ਨਹੀਂ। ਮੈਂ ਜਿੱਡਾ ਵੱਡਾ ਗੁਨਹਗਾਰ ਹਾਂ, ਜਿੱਡਾ ਵੱਡਾ ਪਾਪੀ ਹਾਂ, ਤੂੰ ਉਤਨਾ ਹੀ ਵੱਡਾ ਦਿਆਲੂ ਹੈ। ਏਦਾਂ ਕਹਿ ਸਕਦੇ, ਤੂੰ ਉਤਨਾ ਹੀ ਵੱਡਾ ਦਿਆਲੂ ਹੈ। ਹੇ ਦਿਆਲੂ ਕਿਰਪਾ ਕਰੋ, ਦਇਆ ਕਰਕੇ ਮੇਰੇ ਗੁਨਾਹ ਮੇਰੇ ਪਾਪ, ਹੇ ਬਖਸ਼ੰਦ ਹਰੀ ਦਇਆ ਕਰਕੇ ਬਖਸ਼ ਲਵੋ, ਬਖਸ਼ ਲਵੋ।